Good morning, students. Journal chapter number 8. Next study accounting treatment, that is loss of stock by theft or fire. Means ਜਦੋਂ ਵੀ ਸਾਡੇ ਗੁੱਡਸ ਦਾ ਜਾਂ ਫਿਰ ਸਾਡਾ ਸਟਾਕ ਜਿਹੜਾ ਅਸੀਂ ਪਰਚੇਜ਼ ਕੀਤਾ ਸੀ ਉਹਦਾ ਲਾਸ ਹੁੰਦਾ ਆ, ਦੈਟ ਇਜ਼ ਜਾਂ ਤਾਂ ਚੋਰੀ ਹੋ ਜਾਂਦਾ ਹੈ ਜਾਂ ਫਿਰ ਉਹਨੂੰ ਅੱਗ ਲੱਗ ਜਾਂਦੀ ਹੈ। ਠੀਕ ਹੈ, ਕਿਉਂਕਿ ਅਸੀਂ ਫਾਇਰ ਜਾਂ ਥੈਫਟ ਦੇ ਅਗੇਂਸਟ ਜਦੋਂ ਵੀ ਅਸੀਂ ਬਿਜ਼ਨਸ ਕਰਦੇ ਹਾਂ, ਠੀਕ ਹੈ, ਵਿਦਆਊਟ ਲਾਸ ਬਿਜ਼ਨਸ ਜਿਹੜਾ ਉਹ ਪੋਸੀਬਲ ਨਹੀਂ ਹੈ। ਐਂਡ ਲਾਸ ਦੇ ਲਈ ਸਭ ਤੋਂ ਪਹਿਲਾਂ ਬਿਜ਼ਨਸ ਨੂੰ, ਕਿਉਂਕਿ ਪਹਿਲਾਂ ਹੀ ਪਤਾ ਹੁੰਦਾ ਕਿ ਬਿਜ਼ਨਸ ਆ ਅਤੇ ਲਾਸ ਤੇ ਹੋ ਸਕਦਾ, ਉਹਦੇ ਲਈ ਪਹਿਲਾਂ ਕੀ ਕਰਨਾ ਕਿ ਬਿਜ਼ਨਸ ਨੇ ਆਪਣੇ ਜਿਹੜੇ ਲਾਸਿਸ ਹੁੰਦੇ ਆ ਉਹਨਾਂ ਨੂੰ ਕੁਛ ਮਤਲਬ ਹੱਦ ਤੱਕ ਕਵਰ ਕਰਨ ਦੇ ਲਈ ਇੰਸ਼ੋਰੈਂਸ ਪੋਲਿਸੀ ਜਿਹੜੀ ਆ ਉਹ ਲਈ ਹੁੰਦੀ ਆ। ਮੀਨਸ ਆਪਣਾ ਜਿਹੜਾ ਸਟਾਕ ਆ ਉਹ ਵੀ ਇੰਸ਼ੋਰਡ ਕਰਵਾਇਆ ਹੁੰਦਾ ਆ, ਦੈਟ ਇਜ਼ ਵਿਚ ਮੇ ਬੀ lost that is by theft or by fire। ਸੋ ਉਹਦੇ ਲਈ ਕੀ ਕਰਨਾ ਕਿ ਅਸੀਂ ਜਦੋਂ ਵੀ ਆਪਣੀਆਂ ਬੁੱਕਸ ਵਿੱਚ ਐਂਟਰੀ ਕਰਨੀ ਆ ਕਿ ਲਾਸ ਹੋ ਗਿਆ ਸਾਡੇ ਸਟਾਕ ਦਾ ਜਿਹੜਾ ਅਸੀਂ ਪਰਚੇਜ਼ ਕੀਤਾ ਸੀ, ਜਾਂ ਤਾਂ ਥੈਫਟ ਚੋਰੀ ਹੋ ਗਈ ਜਾਂ ਫਿਰ ਅੱਗ ਲੱਗ ਗਈ। ਠੀਕ ਆ, ਫਿਰ ਤੁਸੀਂ ਕੀ ਕਰਨਾ, ਦੈਟ ਇਜ਼ ਇਨ ਬੋਥ ਦ ਕੇਸਿਸ ਇਟ ਇਜ਼ ਅ ਲਾਸ ਆਫ ਗੁੱਡਸ ਐਂਡ ਲਾਸ ਟੂ ਦਾ ਬਿਜ਼ਨਸ। ਇਹ ਦੋਵਾਂ ਕੇਸਿਸ ਵਿੱਚ ਚਾਹੇ ਸਟਾਕ ਜਿਹੜਾ ਉਹਨੂੰ ਅੱਗ ਲੱਗ ਗਈ ਜਾਂ ਫਿਰ ਥੈਫਟ ਹੋ ਗਈ, ਠੀਕ ਆ, ਦੋਵਾਂ ਕੇਸਿਸ ਵਿੱਚ ਬਿਜ਼ਨਸ ਦੇ ਲਈ ਕੀ ਆ ਕਿ ਲਾਸ ਹੋ ਰਿਹਾ। ਐਂਡ ਠੀਕ ਆ, ਉਹਦੇ ਲਈ ਅਸੀਂ ਐਂਟਰੀ ਕੀ ਪਾਉਣੀ ਆ ਕਿ ਲਾਸ ਦੀ ਐਂਟਰੀ ਜਦੋਂ ਪਾਉਣੀ, ਲਾਸ ਜਾਂ ਐਕਸਪੈਂਸ ਜਿਹੜਾ ਆਪਣਾ ਅਕਾਊਂਟ ਆ, ਐਕਸਪੈਂਸ ਅਕਾਊਂਟ ਦਾ ਰੂਲ ਅਪਲਾਈ ਹੋਣਾ। ਜਾਂ ਫਿਰ ਅਗਰ ਅਸੀਂ ਟਰਡੀਸ਼ਨਲ ਦੇ ਅਕੋਰਡਿੰਗ ਦੇਖੀਏ ਤਾਂ ਸਾਡਾ ਲਾਸ ਅਤੇ ਐਕਸਪੈਂਸਿਸ ਦੇ ਨਾਲ ਰਿਲੇਟਡ ਦੈਟ ਇਜ਼ ਨੋਮੀਨਲ ਅਕਾਊਂਟ। ਉਹਦਾ ਰੂਲ ਹੁੰਦਾ ਸਾਡੇ ਕੋਲ ਡੈਬਿਟ ਆਲ ਦਾ ਐਕਸਪੈਂਸਿਸ ਐਂਡ ਲਾਸਿਸ। ਠੀਕ ਹੈ, ਕ੍ਰੈਡਿਟ ਆਲ ਇਨਕਮ ਐਂਡ ਗੇਨ। ਤੋ ਅਗਰ ਸਾਡੇ ਲਾਸਿਸ ਹੋ ਰਹੇ ਆ ਉਹਨੂੰ ਅਸੀਂ ਕੀ ਕਰਨਾ, ਡੈਬਿਟ। ਐਂਡ ਜਿਹੜਾ ਵੀ ਲਾਸ ਹੋ ਰਿਹਾ, ਅਗਰ ਲਾਸ ਆਫ ਸਟਾਕ ਬਾਏ ਥੈਫਟ ਅਗਰ ਚੋਰੀ ਹੋ ਗਈ ਆ, ਅਗਰ ਫਾਇਰ ਲੱਗ ਗਈ ਫਿਰ ਕੀ ਲਿਖਣਾ ਤੁਸੀਂ, ਲਾਸ ਆਫ ਸਟਾਕ ਬਾਏ ਫਾਇਰ ਅਕਾਊਂਟ ਡੈਬਿਟ ਟੂ ਪਰਚੇਜ਼ਸ ਅਕਾਊਂਟ। ਠੀਕ ਆ, ਪਰਚੇਜ਼ਸ ਤੁਹਾਨੂੰ ਆਪਾਂ ਜਦੋਂ ਕੱਲ੍ਹ ਵੀ ਐਂਟਰੀਜ਼ ਟੂ ਕੀਤੀਆਂ ਸੀ ਕਿ ਪਰਚੇਜ਼ਸ ਅਕਾਊਂਟ ਨੂੰ ਅਸੀਂ ਰਿਵਰਸ ਕਿਉਂ ਕਰਦੇ ਹਾਂ, ਮੀਨਸ ਡੈਬਿਟ ਕਰਦੇ ਹਾਂ, ਬਟ ਉਹਨੂੰ ਅਸੀਂ ਕ੍ਰੈਡਿਟ ਕਿਉਂ ਕਰਦੇ ਹਾਂ, ਉਹ ਉਹਨਾਂ ਕੇਸਿਸ ਵਿੱਚ ਕਰਨਾ ਆ ਜਦੋਂ ਪਰਚੇਜ਼ਸ ਜਿਹੜਾ ਅਸੀਂ ਸਟਾਕ ਪਰਚੇਜ਼ ਕੀਤਾ ਸੀ ਉਹਨੂੰ ਅਸੀਂ ਸੇਲ ਨਹੀਂ ਕੀਤਾ ਐਂਡ ਡਿਊ ਟੂ ਮੀਨਸ ਸਾਨੂੰ ਕੋਈ ਲਾਸਿਸ ਹੋ ਗਈ ਆ ਜਾਂ ਬਿਜ਼ਨਸ ਵਿੱਚ ਅਸੀਂ ਗੁੱਡਸ ਜਿਹੜੀਆਂ ਆ ਯੂਜ਼ ਕਰ ਲਈਆਂ। ਠੀਕ ਆ, ਮੀਨਸ ਉਹਨਾਂ ਨੂੰ ਅਸੀਂ ਆਪਣੇ ਕਸਟਮਰਸ ਨੂੰ ਸੇਲ ਨਹੀਂ ਕੀਤਾ ਅਤੇ ਉਹਨਾਂ ਸਾਰੇ ਕੇਸਿਸ ਵਿੱਚ ਪਰਚੇਜ਼ਸ ਜਿਹੜਾ ਉਹਨੂੰ ਅਸੀਂ ਰਿਵਰਸ ਕਰਨਾ। ਠੀਕ ਆ, ਲਾਸ ਆਫ ਸਟਾਕ ਬਾਏ ਥੈਫਟ ਔਰ ਫਾਇਰ, that is entry will be loss of stock by theft or fire account debit to purchases account। means ਜਦੋਂ ਵੀ ਲਾਸ ਹੋਣਾ ਆ ਜਾਂ ਥੈਫਟ ਨਾ ਹੋਇਆ ਜਾਂ ਫਾਇਰ ਨਾ ਹੋਇਆ ਤੁਸੀਂ ਐਂਟਰੀ ਇਹੀ ਵਾਲੀ ਪਾਉਣੀ ਆ, ਲਾਸ ਨੂੰ ਡੈਬਿਟ ਕਰਨਾ ਐਂਡ ਪਰਚੇਜ਼ਸ ਨੂੰ ਕ੍ਰੈਡਿਟ ਕਰਨਾ। ਠੀਕ ਆ, ਐਂਡ ਉਸ ਤੋਂ ਬਾਅਦ loss of stock by theft or fire account is debited because the loss incurred is an increase in expenses। means expense ਅਗਰ ਆਪਾਂ ਮਾਡਰਨ ਦੀ ਗੱਲ ਕਰੀਏ ਤਾਂ ਮਾਡਰਨ ਵਿੱਚ ਐਕਸਪੈਂਸ ਦਾ ਸਾਡੇ ਕੋਲ ਰੂਲ ਹੁੰਦਾ ਹੈ increase in expenses are debited। ਸੋ ਉਹਨੂੰ ਐਕਸਪੈਂਸ ਨੂੰ ਅਸੀਂ ਡੈਬਿਟ ਹੀ ਕਰਨਾ ਐਂਡ the purchases account is credited because it is not a sale, ਕਿਉਂਕਿ ਉਹ ਸੇਲ ਨਹੀਂ ਹੈ। ਠੀਕ ਹੈ, ਐਂਡ ਐਂਟਰੀ ਕੀ ਹੋਣੀ ਆ, ਦੇਖੋ ਇਹ ਤਾਂ ਐਂਟਰੀ ਆ ਕਿ ਜਦੋਂ ਲਾਸ ਹੋਣਾ ਤੁਸੀਂ ਆਪਣੀ ਬੁੱਕਸ ਵਿੱਚ ਇਹ ਵਾਲੀ ਐਂਟਰੀ ਜਿਹੜੀ ਆ, ਅਗਰ ਥੈਫਟ ਨਾ ਹੋਇਆ ਜਾਂ ਫਾਇਰ ਨਾ ਹੋਇਆ ਤੁਸੀਂ ਆਪਣੀ ਜਿਹੜੀ ਐਂਟਰੀ ਇਹ ਵਾਲੀ ਲਾਸ ਦੀ ਆ ਇਹ ਤੁਸੀਂ ਪਾਉਣੀ ਆ। ਉਸ ਤੋਂ ਬਾਅਦ ਸਾਡੇ ਕੋਲ 2 ਕੇਸਿਸ ਹੋ ਸਕਦੇ ਆ। ਇਨ ਕੇਸ ਫਸਟ ਕੇਸ ਇਜ਼ ਇਫ ਗੁੱਡਸ ਵਰ ਇੰਸ਼ੋਰਡ ਐਂਡ ਦਾ ਇੰਸ਼ੋਰੈਂਸ ਕਲੇਮ ਇਜ਼ ਲੋਸਟ। ਉਸ ਤੋਂ ਬਾਅਦ ਕਹਿੰਦੇ ਇਹ ਤਾਂ ਸਾਡੇ ਲਈ ਐਂਟਰੀ ਆ ਕਿ ਜਦੋਂ ਵੀ ਲਾਸ ਹੋ ਗਿਆ ਅਸੀਂ ਆਪਣੀਆਂ ਬੁੱਕਸ ਵਿੱਚ ਪਹਿਲੇ ਇਹ ਵਾਲੀ ਐਂਟਰੀ ਪਾਉਣੀ ਆ, ਚਾਹੇ ਅਸੀਂ ਜਿਹੜਾ ਸਟਾਕ ਆ ਥੈਫਟ ਜਾਂ ਫਾਇਰ ਦਾ ਸਾਡਾ ਲਾਸ ਹੋ ਗਿਆ ਅਸੀਂ ਉਹਨੂੰ ਇੰਸ਼ੋਰਡ ਕਰਵਾਇਆ ਆ ਜਾਂ ਇੰਸ਼ੋਰਡ ਨਹੀਂ ਕਰਵਾਇਆ। ਮੀਨਸ ਅਸੀਂ ਇੰਸ਼ੋਰੈਂਸ ਪੋਲਿਸੀ ਚਾਹੇ ਉਸ ਸਟਾਕ ਦੇ ਅਗੇਂਸਟ ਲਈ ਸੀ ਜਾਂ ਨਹੀਂ ਲਈ ਸੀ, ਅਸੀਂ ਸਾਰੇ ਕੇਸਿਸ ਵਿੱਚ ਇਹ ਵਾਲੀ ਜਿਹੜੀ ਫਸਟ ਐਂਟਰੀ ਆ ਉਹ ਅਸੀਂ ਜ਼ਰੂਰ ਪਾਉਣੀ ਆ। ਉਸ ਤੋਂ ਬਾਅਦ ਜਿਹੜਾ ਫਸਟ ਕੇਸ ਆ ਦੈਟ ਇਜ਼ ਇਫ ਅਸੀਂ ਗੁੱਡਸ ਜਿਹੜੀਆਂ ਇੰਸ਼ੋਰਡ ਕਰਵਾਈਆਂ ਐਂਡ ਉਸ ਤੋਂ ਬਾਅਦ ਅਸੀਂ ਕੀ ਕਰਾਂਗੇ ਕਿ ਜਦੋਂ ਵੀ ਸਾਡੇ ਬਿਜ਼ਨਸ ਦਾ ਲਾਸ ਹੋ ਗਿਆ, ਲਾਸ ਦੀ ਐਂਟਰੀ ਪਾਉਣ ਤੋਂ ਬਾਅਦ ਅਸੀਂ ਜੋ ਇੰਸ਼ੋਰੈਂਸ ਕੰਪਨੀ ਆ ਉਹਦੇ ਕੋਲ ਆਪਣਾ ਜਿਹੜਾ ਇੰਸ਼ੋਰੈਂਸ ਕਲੇਮ ਆ ਉਹ ਲੌਜ ਕਰਾਂਗੇ। ਠੀਕ ਆ, ਸਭ ਤੋਂ ਪਹਿਲਾਂ ਅਸੀਂ ਇੱਕ ਇੰਸ਼ੋਰੈਂਸ ਕਲੇਮ ਲੌਜ ਕਰਨ ਦੀ ਐਂਟਰੀ ਪਾਉਣੀ ਆ, that is insurance company account debit to loss of stock by theft or fire account। that means
इंश्योरेंस कंपनी ਨੂੰ ਤੁਸੀਂ ਡੈਬਿਟ ਕਿਉਂ ਕਰਨਾ, ਕਿਉਂਕਿ ਅਗਰ ਅਸੀਂ ਗੁੱਡਸ ਇੰਸ਼ੋਰਡ ਕਰਵਾਈਆਂ ਸੀ ਐਂਡ ਉਹਨਾਂ ਦਾ ਸਾਡਾ ਲਾਸ ਹੋ ਗਿਆ, ਮੀਨਸ ਜਾਂ ਤਾਂ ਉਹ ਥੈਫਟ ਹੋ ਗਈ ਜਾਂ ਚੋਰੀ ਹੋ ਗਈ ਚਾਹੇ ਅੱਗ ਲੱਗ ਗਈ, ਬਟ ਅਸੀਂ ਕੀ ਕਰਨਾ ਕਿ ਫਸਟ ਅਸੀਂ ਐਂਟਰੀ ਪਾ ਕੇ ਆਪਣੇ ਲਾਸ ਦੀ ਜਿੰਨੀ ਅਮਾਊਂਟ ਦਾ ਸਾਡਾ ਲਾਸ ਹੋਇਆ, ਉਸ ਤੋਂ ਬਾਅਦ ਅਸੀਂ ਕੀ ਕਰਨਾ, ਅਗਰ ਅਸੀਂ ਗੁੱਡਸ ਇੰਸ਼ੋਰਡ ਕਰਵਾਈਆਂ ਸੀ ਤੇ ਅਸੀਂ ਇੰਸ਼ੋਰੈਂਸ ਕੰਪਨੀ ਕੋਲ ਜਾਵਾਂਗੇ ਐਂਡ ਆਪਣਾ ਕਲੇਮ ਜਿਹੜਾ ਉਹ ਲੌਜ ਕਰਾਂਗੇ, ਮੀਨਸ ਕੰਪਨੀ ਕੋਲ ਜਾ ਕੇ ਅਸੀਂ ਦੱਸਾਂਗੇ ਕਿ ਇੰਨੀ ਅਮਾਊਂਟ ਦਾ ਸਾਡਾ ਜਿਹੜਾ ਲਾਸ ਆ ਉਹ ਹੋ ਗਿਆ ਹੈ, ਠੀਕ ਆ। ਐਂਡ ਇੰਸ਼ੋਰੈਂਸ ਕੰਪਨੀ ਨੂੰ ਡੈਬਿਟ ਕਿਉਂ ਕਰਨਾ, ਕਿਉਂਕਿ ਇੰਸ਼ੋਰੈਂਸ ਕਲੇਮ ਜਿਹੜਾ ਸਾਨੂੰ ਮਿਲਣਾ ਆ ਉਸ ਬਿਜ਼ਨਸ ਦੇ ਲਈ ਕੀ ਹੈ, ਐਸਿਟ, ਦੈਟ ਇਜ਼ ਇਹਨੂੰ ਅਸੀਂ ਐਜ਼ ਐਨ ਐਸਿਟ ਡੈਬਿਟ ਕੀਤਾ ਹੈ ਕਿ ਐਸਿਟ ਸਾਡਾ ਇਨਕਰੀਜ਼ ਹੋ ਗਿਆ ਐਂਡ ਐਸਿਟ ਦਾ ਰੂਲ ਅਪਲਾਈ ਹੋਣਾ, ਦੈਟ ਇਜ਼ ਇਨਕਰੀਜ਼ਸ in assets are debited, means insurance company account debit to loss of stock by theft or fire, ਇਹਨੂੰ ਤੁਸੀਂ ਰਿਵਰਸ ਕਰ ਦੇਣਾ, ਮੀਨਸ ਅਮਾਊਂਟ ਜਿਹੜੀ ਆ ਪਹਿਲਾਂ ਹੀ ਪਾਈ ਹੋਣੀ ਉਸ ਅਮਾਊਂਟ ਦੇ ਨਾਲ ਇਹ ਜਿਹੜੀ ਐਂਟਰੀ ਆ ਰਿਵਰਸ ਹੋ ਜਾਣਾ, ਮੀਨਸ ਲਾਸ ਦੀ ਐਂਟਰੀ ਜਿਹੜੀ ਆ ਉਹ ਖਤਮ ਹੋ ਜਾਣੀ, ਠੀਕ ਆ। ਪਰਚੇਜ਼ਸ ਵੀ ਰਿਵਰਸ ਹੋ ਗਏ, ਉਹਦਾ ਇਫੈਕਟ ਵੀ ਖਤਮ ਹੋ ਗਿਆ, ਲਾਸ ਦਾ ਇਫੈਕਟ ਵੀ ਖਤਮ ਹੋ ਗਿਆ। ਹੁਣ ਸਿਰਫ ਸਾਡੇ ਕੋਲ ਰਹਿ ਜਾਣਾ ਕਿ ਅਗਰ ਅਸੀਂ ਗੁੱਡਸ ਇੰਸ਼ੋਰਡ ਕਰਵਾਈਆਂ ਤਾਂ ਸਾਡੇ ਕੋਲ ਐਸਿਟ ਰਹਿ ਜਾਣਾ, ਦੈਟ ਇਜ਼ ਇੰਸ਼ੋਰੈਂਸ ਕੰਪਨੀ, ਅਗਰ ਉਹ ਸਾਨੂੰ ਕਲੇਮ ਦੇ ਦਿੰਦੀ ਆ, ਠੀਕ ਆ, ਫਿਰ ਇਹਨੂੰ ਅਸੀਂ ਰਿਵਰਸ ਕਰਾਂਗੇ, ਬਟ ਉਹਨਾਂ ਚਿਰ ਅਸੀਂ ਇਹਨੂੰ ਆਪਣੀਆਂ ਬੁੱਕਸ ਵਿੱਚ ਡੈਬਿਟ ਮੀਨਸ ਐਸਿਟ ਜਿਹੜਾ ਹੈ ਉਹਨੂੰ ਸ਼ੋਅ ਕਰਨਾ ਹੀ ਕਰਨਾ, ਠੀਕ ਆ। ਉਸ ਤੋਂ ਬਾਅਦ ਦੇਖੋ ਇਹਦੀ ਸੈਕਿੰਡ ਜਿਹੜੀ ਐਂਟਰੀ ਆ, ਸੈਕਿੰਡ ਸਾਡੇ ਕੋਲ ਜਿਹੜੀ ਐਂਟਰੀ ਪੈਣੀ ਆ ਕਿ ਇੱਕ ਤਾਂ ਪਹਿਲਾਂ ਅਸੀਂ ਕਲੇਮ ਲੌਜ ਕੀਤਾ, ਠੀਕ ਆ, ਉਸ ਤੋਂ ਬਾਅਦ ਸਾਡੇ ਕੋਲ 2 ਕੇਸਿਸ ਹੋ ਸਕਦੇ ਆ, ਵੈਨ ਦਾ ਫੁੱਲ ਅਮਾਊਂਟ ਆਫ ਕਲੇਮ ਇਜ਼ ਰਿਸੀਵਡ ਫਰੋਮ ਦਾ ਇੰਸ਼ੋਰੈਂਸ ਕੰਪਨੀ, ਠੀਕ ਆ, ਜਾਂ ਤਾਂ ਸਾਨੂੰ ਇੰਸ਼ੋਰੈਂਸ ਕੰਪਨੀ ਕੋਲ ਫੁੱਲ ਕਲੇਮ ਜਿਹੜਾ ਆ ਉਹ ਮਿਲ ਸਕਦਾ, ਮੀਨਸ ਜਿੰਨਾ ਸਾਡਾ ਲਾਸ ਅਸੀਂ ਲੌਜ ਕੀਤਾ ਕਿ ਸਾਡਾ ਸਪੋਜ਼ ਕਰੋ 1 ਲੱਖ ਦਾ ਜਿਹੜਾ ਆ ਲਾਸ ਹੋ ਗਿਆ, ਠੀਕ ਆ, ਅਸੀਂ ਸੇਮ ਲੌਜ ਕਰਤਾ, ਠੀਕ ਆ, ਇੰਸ਼ੋਰੈਂਸ ਕੰਪਨੀ ਨੇ ਸਾਨੂੰ ਫੁੱਲ ਦਾ ਫੁੱਲ ਜਿਹੜਾ ਉਹ ਪੇ ਕਰਤਾ ਐਂਡ ਇੰਸ਼ੋਰੈਂਸ ਕੰਪਨੀ ਕਦੇ ਸਾਨੂੰ ਕੈਸ਼ ਵਿੱਚ ਪੇਮੈਂਟ ਨਹੀਂ ਕਰਦੀ, ਇਹ ਸਾਡੇ ਬੈਂਕ ਅਕਾਊਂਟ ਮੀਨਸ ਜਾਂ ਸਾਨੂੰ ਥਰੂ ਚੈੱਕ ਪੇਮੈਂਟ ਮਿਲਦੀ ਹੈ ਜਾਂ ਸਾਡੇ ਬੈਂਕ ਅਕਾਊਂਟ ਆਉਂਦੇ ਆ, ਇਸ ਲਈ ਅਸੀਂ ਬੈਂਕ ਅਕਾਊਂਟ ਇਨਕਰੀਜ਼ ਕਰਨਾ, ਦੈਟ ਇਜ਼ ਇਨਕਰੀਜ਼ ਬੈਂਕ ਅਕਾਊਂਟ ਸਾਡਾ ਕੀ ਆ, ਐਸਿਟ, ਮੀਨਸ ਜਦੋਂ ਸਾਨੂੰ ਕਲੇਮ ਮਿਲ ਜਾਂਦਾ ਬੈਂਕ ਸਾਡਾ ਇਨਕਰੀਜ਼ ਹੋ ਜਾਣਾ, ਐਂਡ ਟੂ ਇੰਸ਼ੋਰੈਂਸ ਕੰਪਨੀ ਦੈਟ ਇਜ਼ ਜਿਹਨੂੰ ਅਸੀਂ ਸ਼ੋਅ ਕੀਤਾ ਸੀ ਐਜ਼ ਐਨ ਐਸਿਟ ਉਹ ਡਿਕਰੀਜ਼ ਹੋ ਜਾਣਾ, ਕਿਉਂਕਿ ਉਹਦਾ ਇਫੈਕਟ ਅਸੀਂ ਖ਼ਤਮ ਕਰਨਾ ਹੈ, ਠੀਕ ਆ। ਉਸ ਤੋਂ ਬਾਅਦ ਇਹਦਾ ਕੇਸ ਆ ਕਿ ਜਦੋਂ ਸਾਨੂੰ ਫੁੱਲ ਅਮਾਊਂਟ ਜਿਹੜੀ ਇੰਸ਼ੋਰੈਂਸ ਦੀ ਅਸੀਂ ਲੌਜ ਕੀਤਾ ਸੀ ਫੁੱਲ ਅਮਾਊਂਟ ਮਿਲ ਗਈ। ਸੈਕਿੰਡ ਸਾਡੇ ਕੋਲ ਕੇਸ ਆ ਵੈਨ ਦਾ ਇੰਸ਼ੋਰੈਂਸ ਕੰਪਨੀ ਡਜ਼ ਨਾਟ ਪੇ ਫੁੱਲ ਕਲੇਮ, ਜਦੋਂ ਸਾਨੂੰ ਫੁੱਲ ਕਲੇਮ ਨਹੀਂ ਮਿਲਦਾ, ਸਪੋਜ਼ ਕਰੋ ਅਸੀਂ 1 ਲੱਖ ਰੁਪੀਜ਼ ਦਾ ਕਲੇਮ ਜਿਹੜਾ ਲੌਜ ਕੀਤਾ ਸੀ ਐਂਡ ਉਹਦੇ ਵਿੱਚੋਂ ਸਾਨੂੰ 50,000 ਰੁਪੀਜ਼ ਜਾਂ ਸਪੋਜ਼ 70,000 ਜਿੰਨਾ ਵੀ ਲੈ ਲਓ ਉਹਨਾਂ ਮਿਲ ਚੁੱਕਾ, ਇਟ ਮੀਨਸ ਸਾਡਾ ਫਿਰ ਲਾਸ ਕਿੰਨਾ ਰਹਿ ਗਿਆ, ਬਾਕੀ 50,000 ਦਾ ਸਾਡੇ ਕੋਲ ਲਾਸ ਰਹਿ ਗਿਆ, ਠੀਕ ਆ, ਇਹ ਸਾਨੂੰ ਜਿਹੜਾ ਕਲੇਮ ਆ ਉਹ ਮਿਲ ਗਿਆ, ਠੀਕ ਆ। ਤਾਂ ਉਹਦੇ ਲਈ ਅਸੀਂ ਐਂਟਰੀ ਕੀ ਪਾਉਣੀ ਆ, ਦੈਟ ਇਜ਼ ਬੈਂਕ ਅਕਾਊਂਟ, ਜਿੱਦਾਂ ਅਸੀਂ ਪਹਿਲਾਂ ਹੀ ਪਾਇਆ, ਜਿੰਨਾ ਸਾਨੂੰ ਐਸਟ ਮੀਨਸ ਜਿੰਨਾ ਸਾਡਾ ਬੈਂਕ ਇਨਕਰੀਜ਼ ਹੋਇਆ, ਦੈਟ ਇਜ਼ ਅਮਾਊਂਟ ਰਿਸੀਵਡ ਐਜ਼ ਕਲੇਮ ਐਡਮਿਟ, ਜੋ ਅਸੀਂ ਐਡਮਿਟ ਕੀਤਾ ਸੀ ਕਲੇਮ ਲੌਜ ਕੀਤਾ ਸੀ ਉਹਦੀ ਜਿੰਨੀ ਅਮਾਊਂਟ ਸਾਨੂੰ ਮਿਲ ਗਈ ਆ ਉਹਦੇ ਨਾਲ ਡੈਬਿਟ ਕਰ ਦਿਓ। ਉਸ ਤੋਂ ਬਾਅਦ ਲਾਸ ਆਫ ਸਟਾਕ ਬਾਈ ਥੈਫਟ ਔਰ ਫਾਇਰ, ਮੀਨਸ ਜਿੰਨਾ ਸਾਡਾ ਲਾਸ ਬਾਕੀ ਰਹਿ ਗਿਆ ਜੋ ਸਾਨੂੰ ਨਹੀਂ ਮਿਲਿਆ, ਦੈਟ ਇਜ਼ 50,000 ਲਾਸ, ਦੈਟ ਇਜ਼ ਕਲੇਮ ਨਾਟ ਐਡਮਿਟਡ, ਜਿੰਨਾ ਐਡਮਿਟ ਨਹੀਂ ਹੋਇਆ ਮੀਨਸ ਜਿੰਨਾ ਸਾਨੂੰ ਮਿਲਿਆ ਨਹੀਂ। ਉਸ ਤੋਂ ਬਾਅਦ ਟੂ ਇੰਸ਼ੋਰੈਂਸ ਕੰਪਨੀ, ਉਹਨੂੰ ਅਸੀਂ ਜਿੰਨਾ ਵੀ ਐਸਟ ਜਿੰਨਾ ਇਨਕਰੀਜ਼ ਕੀਤਾ ਸੀ ਉਹ ਤਾਂ ਅਸੀਂ ਟੋਟਲ ਦੇ ਨਾਲ ਹੀ ਉਹਨੂੰ ਡਿਕਰੀਜ਼ ਕਰ ਦੇਣਾ, ਠੀਕ ਆ, ਕਲੀਅਰ। ਇਹ ਸਾਡੇ ਕੋਲ ਸੀ ਲਾਸ ਆਫ ਸਟਾਕ ਬਾਏ ਥੈਫਟ ਔਰ ਫਾਇਰ ਦੀ ਐਂਟਰੀਜ਼ ਕੀ ਹੋਣੀਆਂ ਆ। ਫਸਟ ਆਫ ਆਲ ਐਂਟਰੀ ਦੁਬਾਰਾ ਦੇਖ ਲਓ ਕਿ ਫਸਟ ਜਦੋਂ ਵੀ ਸਾਡਾ ਲਾਸ ਹੁੰਦਾ ਅਸੀਂ ਆਪਣੀ ਬੁੱਕ ਵਿੱਚ ਪਹਿਲੇ ਐਂਟਰੀ ਪਾਉਣੀ ਕਿ ਸਾਨੂੰ ਲਾਸ ਹੋ ਗਿਆ, ਠੀਕ ਆ, ਜਾਂ ਤਾਂ ਥੈਫਟ ਜਾਂ ਫਾਇਰ ਦੇ ਥਰੂ ਡੈਬਿਟ ਟੂ ਪਰਚੇਜ਼ਸ ਅਕਾਊਂਟ, ਪਰਚੇਜ਼ਸ ਅਸੀਂ ਆਪਣੇ ਰਿਵਰਸ ਕਰਨੇ ਆ। ਉਸ ਤੋਂ ਬਾਅਦ ਸੈਕਿੰਡ ਕੇਸ ਆ ਅਗਰ ਗੁੱਡਸ ਅਸੀਂ ਇੰਸ਼ੋਰਡ ਕਰਵਾਈਆਂ, ਅਗਰ ਇੰਸ਼ੋਰਡ ਕਰਵਾਈਆਂ ਤਾਂ ਪਹਿਲੇ ਅਸੀਂ ਕਲੇਮ ਲੌਜ ਕਰਨ ਦੀ ਐਂਟਰੀ ਪਾਉਣੀ ਆ, ਚਾਹੇ ਤੁਹਾਨੂੰ ਕੁਐਸਚਨ 'ਚ ਲਿਖਿਆ ਕਿ ਤੁਹਾਨੂੰ ਕਲੇਮ ਮਿਲ ਗਿਆ ਆ, ਬਟ ਪਹਿਲੇ ਤੁਸੀਂ ਕਲੇਮ ਲੌਜ ਕਰਨ ਦੀ ਐਂਟਰੀ ਜਿਹੜੀ ਆ ਮੀਨਸ ਸਟੈਪ ਬਾਈ ਸਟੈਪ ਤੁਸੀਂ ਜ਼ਰੂਰ ਪਾਉਣੀ ਆ। ਪਹਿਲੇ ਕਲੇਮ ਲੌਜ ਕਰਨਾ, ਜਿੰਨਾ ਵੀ ਤੁਹਾਨੂੰ ਟੋਟਲ ਲਾਸ ਹੋਇਆ ਉਹਦੇ ਨਾਲ ਤੁਸੀਂ ਐਂਟਰੀ ਪਾ ਦਿਓ। ਉਸ ਤੋਂ ਬਾਅਦ ਅਗਰ ਤੁਹਾਨੂੰ ਫੁੱਲ ਅਮਾਊਂਟ ਮਿਲ ਜਾਂਦੀ ਹੈ ਤਾਂ ਫਿਰ ਤੁਸੀਂ ਇਹ ਵਾਲੀ ਐਂਟਰੀ ਪਾਓਗੇ ਬੈਂਕ ਟੂ ਇੰਸ਼ੋਰੈਂਸ ਕੰਪਨੀ, ਐਂਡ ਜੇ ਅਗਰ ਪਾਰਟ ਪੇਮੈਂਟ ਮਿਲਦੀ ਮੀਨਸ ਸਾਰੀ ਨਹੀਂ ਮਿਲੀ ਕੁਛ ਪਾਰਟ ਮਿਲਿਆ ਫਿਰ ਤੁਸੀਂ ਪਾਣੀ ਬੈਂਕ ਅਕਾਊਂਟ ਡੈਬਿਟ ਟੂ ਲਾਸ ਆਫ ਸਟਾਕ ਬਾਈ ਥੈਫਟ ਔਰ ਫਾਇਰ ਡੈਬਿਟ ਟੂ ਇੰਸ਼ੋਰੈਂਸ ਕੰਪਨੀ, ਠੀਕ ਆ। ਇਹਦੀ ਦੇਖੋ ਆਪਾਂ ਇਲਸਟ੍ਰੇਸ਼ਨ ਦੇਖਦੇ ਹਾਂ, ਉਹਦੇ ਅਕੋਰਡਿੰਗ ਤੁਸੀਂ ਸਮਝੋ। ਦੇਖੋ ਸਭ ਤੋਂ ਪਹਿਲੇ ਆਪਣੀ ਐਂਟਰੀਜ਼ ਆ ਆਪਾਂ ਸਿਰਫ ਜਿਹੜੀਆਂ ਇੰਸ਼ੋਰੈਂਸ ਕੰਪਨੀ ਦੇ ਨਾਲ ਰਿਲੇਟਡ ਆ ਉਹੀ ਕਰਾਂਗੇ। ਗੁੱਡਸ ਪਰਚੇਜ਼ਡ ਫॉर ₹5,000 ਵਰ ਯੂਜ਼ਡ ਬਾਈ ਦਾ ਪ੍ਰੋਪਰਾਈਟਰ ਫॉर ਹਿਜ਼ ਪਰਸਨਲ ਯੂਜ਼, ਇਹ ਜਿਹੜੀ ਆਪਾਂ ਕੱਲ੍ਹ ਟ੍ਰਾਂਜੈਕਸ਼ਨ ਕੀਤੀਆਂ ਸੀ, ਸੌਰੀ ਕੱਲ੍ਹ ਟਰੀਟਮੈਂਟ ਕੀਤੀ ਸੀ ਕਿ ਜਦੋਂ ਗੁੱਡਸ ਜਿਹੜੀਆਂ ਆ
कुछ अमाउंट दियाँ प्रॉपराइटर ने अपने पर्सनल यूज़ ਲਈ यूज़ कर लिया, तो चाहे वो गुड्स यूज़ करे चाहे कैश यूज़ करे, असी वो ड्राइंग्स ਵਿੱਚ ਹੀ ਡੈਬਿਟ करना। एंट्री की होनी है ड्राइंग्स अकाउंट डैबिट टू परचेजेस अकाउंट विद द अमाउंट दैट इज़ टोटल अमाउंट ऑफ गुड्स विच इज़ यूज्ड बाय द ऑनर। उस तो बाद सैकेंड इज़ ₹200 ड्यू फ्रॉम हरी आर बैड डैट। ये देखो बैड डैट की एंट्री आ कि 200 रुपये असी हरी तो लैने आ, वो साडे लिए बैड डैट हो गए। एंट्री विल बी बैड डैट्स अकाउंट डैबिट टू हरी अकाउंट। उस तो बाद थर्ड आ गुड्स अनइंश्योर्ड। देखो वर्ड लिखिया, इट मीनस गुड्स आर नॉट इंश्योर्ड। ठीक है, सैकेंड केस है साडा जिहड़ा ₹3000 परचेज कॉस्ट आ, मीनस 3000 रुपये दी असी परचेज कीतियां सी, वर डिस्ट्रॉयड बाय फायर, फायर के थ्रू डिस्ट्रॉय हो गई। मीनस सानू लॉस साडा स्टॉक होया दैट इज़ 3000 रुपये दे नाल